ਹੈਲੋ ਸਟੂਡੈਂਟਸ, ਮਾਈ ਨੇਮ ਇਜ਼ ਵਿਸ਼ਾਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ YouTube ਤੇ ਹੁਣ ਵੀਡੀਓਜ਼ ਅਪਲੋਡ ਕਰ ਰਹੇ ਹਾਂਗੇ ਰਿਗਾਰਡਿੰਗ ਦੀ ਮਤਲਬ ਐਗਜ਼ਾਮਸ ਕਲੀਅਰੀਫਾਈ ਕਰਨ ਵਾਸਤੇ ਜਾਂ ਕਨਸੈਪਚੁਅਲ ਕਲੈਰਿਟੀ ਲਈ। ਸੋ ਜਿਵੇਂ ਜਿਵੇਂ ਆਪਣੀ ਇੱਕ ਇਨਵਾਇਰਮੈਂਟ ਦੀ ਸੀਰੀਜ਼ ਚੱਲੀ ਜਾਂਦੀ ਹੈਗੀ, ਸੋ ਨਾਲ ਨਾਲ ਆਪਾਂ ਉਹਦੀ ਇੱਕ ਐਂਸ਼ੀਅੰਟ ਹਿਸਟਰੀ ਦੀ ਵੀ ਸੀਰੀਜ਼ ਚਲਾਵਾਂਗੇ। ਸੋ ਅੱਜ ਆਪਾਂ ਲੈਕਚਰ ਫਸਟ ਆਫ ਐਂਸ਼ੀਅੰਟ ਹਿਸਟਰੀ ਕਰਾਂਗੇ। ਲੈਕਚਰ ਫਸਟ ਆਫ ਐਂਸ਼ੀਅੰਟ ਹਿਸਟਰੀ। ਸੋ ਆਪਾਂ ਐਂਸ਼ੀਅੰਟ ਹਿਸਟਰੀ 'ਚ ਪੜ੍ਹਾਂਗੇ ਕਲਾਸੀਫਿਕੇਸ਼ਨ ਆਫ ਐਂਸ਼ੀਅੰਟ ਹਿਸਟਰੀ। ਕਲਾਸੀਫਿਕੇਸ਼ਨ ਆਫ ਐਂਸ਼ੀਅੰਟ ਹਿਸਟਰੀ। ਜਿਹੜੀ ਆਪਣੀ ਐਂਸ਼ੀਅੰਟ ਹਿਸਟਰੀ ਹੈਗੀ ਉਸ ਨੂੰ ਕਿਵੇਂ ਕਲਾਸੀਫਾਈ ਕੀਤਾ ਜਾ ਸਕਦਾ ਹੈਗਾ, ਉਸ ਲਈ ਹਿਸਟੋਰੀਕਲ ਸੋਰਸਿਸ ਦਾ ਹੋਣਾ ਜ਼ਰੂਰੀ ਹੈ ਅਤੇ ਉਸ ਦੇ ਲਈ ਟੂਲਸ ਦਾ ਹੋਣਾ ਜ਼ਰੂਰੀ ਹੈ। ਆਪਾਂ ਟੂਲਸ ਐਂਡ ਹਿਸਟੋਰੀਕਲ ਸੋਰਸਿਸ ਦੇ ਬਿਹਾਫ 'ਤੇ ਐਂਸ਼ੀਅੰਟ ਹਿਸਟਰੀ ਨੂੰ ਕਲਾਸੀਫਾਈ ਕਰ ਸਕਦੇ ਹਾਂ। ਹੁਣ ਆਪਾਂ ਦੇਖਾਂਗੇ ਹਿਸਟੋਰੀਕਲ ਸੋਰਸਿਸ 'ਚ ਕੀ ਕੁਛ ਆ ਜਾਂਦਾ। ਫਸਟ, ਪ੍ਰੀ ਹਿਸਟੋਰਿਕ ਪੀਰੀਅਡ। ਪ੍ਰੀ ਹਿਸਟੋਰਿਕ ਪੀਰੀਅਡ। Second is proto historic period. Third is historic period. Third is historic period. ਟੂਲਸ ਦੇ ਵਿੱਚ ਕੀ ਕੁਛ ਆ ਜਾਂਦਾ, ਇਸ ਦੇ ਅੱਗੇ ਹੀ ਪਾਰਟਸ ਨੇਗੇ ਹਿਸਟੋਰੀਕਲ ਪੀਰੀਅਡ ਦੇ, ਪ੍ਰੀ ਹਿਸਟੋਰਿਕ ਦੇ, ਪ੍ਰੋਟੋ ਹਿਸਟੋਰਿਕ ਦੇ ਅਤੇ ਹਿਸਟੋਰਿਕ ਪੀਰੀਅਡ ਦੇ। ਮੀਨਸ ਕੁੱਲ ਮਿਲਾ ਕੇ ਇੱਕ ਸਟੋਨ ਏਜ ਆ ਜਾਂਦੀ ਹੈ। ਠੀਕ ਹੈ, ਇਸ 'ਚ ਡਿਵਾਈਡ ਹੋ ਜਾਂਦੀ ਹੈਗੀ ਆਪਣੀ, ਜਿਵੇਂ ਕਿ ਪੈਲਿਓਲਿਥਿਕ ਪੀਰੀਅਡ, ਪੈਲਿਓਲਿਥਿਕ ਪੀਰੀਅਡ, ਮੈਜ਼ੋਲਿਥਿਕ ਪੀਰੀਅਡ, ਐਂਡ ਥਰਡ ਵਨ ਇਜ਼ ਨੀਓਲਿਥਿਕ ਪੀਰੀਅਡ। ਨੀਓਲਿਥਿਕ ਪੀਰੀਅਡ। ਠੀਕ ਹੈ ਜੀ। ਹੁਣ ਆਪਾਂ ਪੜ੍ਹਾਂਗੇ ਪ੍ਰੀ ਹਿਸਟੋਰਿਕ ਪੀਰੀਅਡ ਬਾਰੇ। ਕਿਹਦੇ ਬਾਰੇ ਪੜ੍ਹਾਂਗੇ? ਪ੍ਰੀ ਹਿਸਟੋਰਿਕ ਪੀਰੀਅਡ ਬਾਰੇ। ਫਸਟ ਪੁਆਇੰਟ ਇਜ਼ ਪ੍ਰੀ ਹਿਸਟੋਰਿਕ ਪੀਰੀਅਡ। ਸੋ ਪ੍ਰੀ ਹਿਸਟੋਰਿਕ ਪੀਰੀਅਡ ਕਿਹੜਾ ਪੀਰੀਅਡ ਹੁੰਦਾ ਹੈਗਾ ਜਿਸ ਵਿੱਚ ਨੋ ਰਿਟਨ ਹਿਸਟੋਰੀਕਲ evidences are available. ਜਿਸ ਵਿੱਚ ਕੋਈ ਮੀਨਸ ਟੂ ਸੇ ਰਿਟਨ ਹਿਸਟੋਰੀਕਲ ਐਵੀਡੈਂਸ ਨਹੀਂ ਹੁੰਦੇ, ਵੀ ਕੋਈ ਲਿਖਤੀ ਕੰਮ ਨਹੀਂ ਹੁੰਦਾ। ਸਮਝ ਗਏ? ਵੀ ਕੁਛ ਲਿਖਿਆ ਉਹਨਾਂ ਨੇ ਪਹਿਲਾਂ ਕਾਗਜ਼ 'ਤੇ, ਜਿਵੇਂ ਆਪਾਂ ਤੁਸੀਂ ਲਾ ਲਓ ਚਿੱਠੀਆਂ ਲਿਖਦੇ ਹਾਂ, ਪਹਿਲਾਂ ਦੇ ਲੋਕ ਤਾਂ ਨਹੀਂ ਚਿੱਠੀਆਂ ਲਿਖਦੇ ਸੀ। ਮੀਨਸ ਕੋਈ ਰਿਟਨ ਐਵੀਡੈਂਸ ਨਹੀਂ ਮਿਲਿਆ ਕੁੱਲ ਮਿਲਾ ਕੇ। ਨੈਕਸਟ ਆਪਣਾ ਹੈਗਾ ਜੀ ਪ੍ਰੋਟੋ ਹਿਸਟੋਰਿਕ ਪੀਰੀਅਡ। ਪ੍ਰੋਟੋ ਹਿਸਟੋਰਿਕ ਪੀਰੀਅਡ, ਇਸ ਵਿੱਚ ਕੀ ਹੈਗਾ, ਰਿਟਨ sources are available but we could not deciphered। ਕੁੱਲ ਮਿਲਾ ਕੇ ਇਸ ਵਿੱਚ ਰਿਟਨ ਸੋਰਸਿਸ ਤਾਂ ਲੱਭ ਗਏ, ਬਟ ਡਿਸਾਈਫਰ ਮੀਨਸ ਕੀ ਹੁੰਦਾ, ਆਪਾਂ ਉਹਨੂੰ ਸਮਝ ਨਹੀਂ ਸਕੇ। ਵੀ ਕਾਂਟ ਅੰਡਰਸਟੈਂਡ, ਨੋਟ ਅੰਡਰਸਟੈਂਡ ਵੀ ਉਹਨਾਂ ਨੇ ਕੀ ਲਿਖਿਆ।
कुछ पिक्चर छाप रखे ने, कुछ टेढ़े मेढ़े ਜਿਹੇ ਅੱਖਰ लिख रखे ने, है ना, ਤਾਂ करके। सो थर्ड अपना हैगा गा हिस्टोरिक पीरियड। थर्ड अपना जी हिस्टोरिक पीरियड। इस च की हैगा, written sources are valuable and we decipher it। भी आप समझ भी सकते हैं तो अंडरस्टैंड भी कर सकते हैं भी की लिखिया की दसना चाहते हैं, है ना। सो जेडी मैं इत्थे सुनू हाँ पैलियोलिथिक मिजोलिथिक नीओलिथिक पीरियड कराया सीगा, इसनूं देखो ਜਿਹੜਾ ਪੈਲੀਓਲਿਥਿਕ ਪੀਰੀਅਡ ਹੈ ਇਹਨੂੰ ਕਹਿੰਦੇ ਨੇ 올ਡ ਸਟੋਨ ਏਜ। 올ਡ ਸਟੋਨ ਏਜ ਕਿਉਂਕਿ ਇਹ ਸਾਰੇ ਸਟੋਨ ਏਜ ਦੇ ਪਾਰਟ ਨੇ। ਜਿਹੜਾ ਆਪਣਾ ਮੀਜ਼ੋਲਿਥਿਕ ਪੀਰੀਅਡ ਹੈ ਉਹਨੂੰ ਕੀ ਕਹਿੰਦੇ ਨੇ, ਮਿਡਲ ਸਟੋਨ ਏਜ। उसनूं की कहते हैं मिडल स्टोन एज। ओके, तो जोड़ा अपना नीओलिथिक पीरियड है नीओलिथिक पीरियड कहते हैं न्यू ओल्ड स्टोन एज, न्यू स्टोन एज। कुल मिला के जोड़ा मिडल स्टोन एज है इनू एक ट्रांजिशनल फेस भी कहा जाता है। ट्रांजिशनल फेस भी इन्होंने दोनों के विचाले आउंदियां ने ये मिडल स्टोन एज, तां करके इनू की कहते एक ट्रांजिशनल फेस। ठीक है जी। जिहड़ी अपनी स्टोन एज है भी मीनस सारी सारी की अपनी एक स्टोन एज है, एक किहदा पार्ट है, प्री हिस्टोरिकल पीरियड का। प्री हिस्टोरिकल पीरियड का तो जोड़ा अपना प्रोटो अपना की कहते हैं ब्रॉन्ज एज आऊगी अगे स्टोन एज तो बाद। चालकोलिथिक पीरियड आऊगा, कॉपर का पीरियड, चालकोलिथिक पीरियड। इसका पार्ट एक किसका पार्ट है, प्रोटो हिस्टरी का। ठीक है जी, एक ही पार्ट है अपना प्रोटो हिस्टरी का पार्ट है। तो जेड़ा अपना आयरन एज है ये अपना कादा पार्ट है, हिस्टोरिकल पीरियड का। कादा पार्ट है अपना हिस्टोरिकल पीरियड का। तो इत्थे डेट्स लिख लो जी, पैलियोलिथिक पीरियड की डेट की है, म्यूजोलिथिक की पीरियड की डेट की हैगी। ठीक है, चलो थल्ले लिख देना, कई बार पेपर च क्वेश्चन पूछ लेंगे ने। पैलियोलिथिक पीरियड, मेसोलिथिक पीरियड, नियोलिथिक पीरियड। जिहड़ा पैलियोलिथिक पीरियड का टाइम पीरियड है उसका टाइम हैगा जी अपना
5 ਲੱਖ to 10,000 BC. BC means ਹੁੰਦਾ before common. ठीक है जी। मेसोलिथिक पीरियड की ਹੁੰਦਾ 10,000 to 6,000 लिख सकते हैं ਆਪਾਂ ਜਾਂ 10,000 to 8,000 दोनों चो कोई भी मर्जी लिख दो तुसी समझ गए। ये जिहड़ा अपना न्यूलिथिक पीरियड है ये हैगा 6,000 to 1,000 BCE 6,000 to 1,000 BCE। ठीक है जी। हुण आपां अगे कर देंगे आज आप स्टार्ट करते हैं पैलोलिथिक पीरियड। सो मेक अ हेडिंग पैलोलिथिक पीरियड। जेड़ा पैलियो वर्ड है पैलियो कल्ले पैलियो ते प्लस लिथिक। पैलियो मीनस की हुंदा ते लिथिक मीनस की हुंदा। पैलियो मीनस हुंदा जी ओल्ड, लिथिक मीनस की हुंदा स्टोन। मैं पहला दस्या ना सीगा भी ओल्ड स्टोन एज है ना। सो कुल मिला के की हो गया पैलियोलिथिक पीरियड इज अ ओल्ड स्टोन एज। ठीक है जी। ते अगे लिखो ये जी टर्म है पैलोलिथिक पीरियड ये जॉन लुबॉक ने 1863 च दी सी 1863 किन्ने च दी सी जॉन लुबॉक ने 1863 यूज़ की सी टर्म है यूज टर्म पैलोलिथिक एंड न्यूलिथिक एंड न्यूलिथिक। ठीक है जी। सो अगे जी अपना की कहते होंगे ने पैलोलिथिक पीरियड है पैन नहीं चल रहा सॉरी जी अपनी पैलोलिथिक पीरियड है उन्होंने ओल्ड स्टोन एज कहते हैं। जी पैलोलिथिक पीरियड है अगे भी डिफाइन है 3 पार्ट्स अगे डिवाइड है 3 पार्ट्स। फर्स्ट पार्ट केड़ा है लोअर पैलियोलिथिक लोअर पैलियोलिथिक ये किन्ने तो किन्ने तक है 2.6 मिलियन तो 20,000 BC तक 2.6 मिलियंस टू 20,000 BC। नेक्स्ट इज मिडल पैलियोलिथिक। ठीक है जी। ये हैगी है 20,000 टू 40,000 BC। जी अपर पैलियोलिथिक है वो अपनी हैगी जी 40,000 टू 10,000 BC 40,000 टू 10,000 BC। सॉरी जी फ़ोन आ गया सी विच आई एम एक्सट्रीमली सॉरी। ठीक है जी। सो हुण आपां की करेंगे यही डिवाइड कर ले
ਤੇ ਆਪਾਂ ਜੇ ਹੁਣ ਸਟਾਰਟ ਕਰਾਂਗੇ ਇਸ ਦਾ ਇੱਕ ਕੀ ਕਹਿੰਦੇ ਹੁੰਦੇ ਨੇ ਆਪਣਾ ਸਟੋਨ ਏਜ ਦੀ ਇੱਕ ਕਲਾਸੀਫਿਕੇਸ਼ਨ ਦੇਖ ਲੈਂਦੇ ਹੈਗੇ ਹੈ ਨਾ, ਵੀ ਸਟੋਨ ਏਜ ਦੀ ਕੁੱਲ ਮਿਲਾ ਕੇ ਕਰੈਕਟਰਿਸਟਿਕ ਲਿਖ ਲੈਂਦੇ ਇੱਕ ਤਰ੍ਹਾਂ ਦੀ। classification of stone age। ठीक है जी, एक ही है पार्ट ऑफ प्री हिस्टोरिकल पीरियड। पार्ट ऑफ प्री हिस्टोरिकल पीरियड, ठीक है जी। इस विच स्टोन was the most important material used in this period, ਤਾਂ ਕਰਕੇ ਸਟੋਨ ਏਜ ਕਿਹਾ ਜਾਂਦਾ ਹੈਗਾ। ਠੀਕ ਹੈ ਜੀ, ਇੱਕ ਪੀਰੀਅਡ ਹੈਗਾ ਮਤਲਬ ਇੱਥੇ ਕੀ ਕਹਿੰਦੇ ਹੁੰਦੇ ਨੇ ਅਰਲੀ ਮੈਨ ਦੀ ਇੱਕ ਐਵੋਲਿਊਸ਼ਨ ਸਟਾਰਟ ਹੋਇਆ ਸੀਗਾ, ਵੀ ਮਨੁੱਖ ਬਣਨਾ ਸਟਾਰਟ ਹੋਇਆ ਸੀਗਾ। इट्स अ पीरियड ऑफ अर्ली मैन means to say period of evolution of human being, period of evolution of human being, period of evolution of human being। ठीक है जी, ਤੇ ਜਿਹੜੇ ਇੱਥੇ ਹਿਊਮਨ ਸੀਗੇ, ਜਿਹੜੇ ਮਤਲਬ ਹੁਣ ਐਵੋਲਿਊਸ਼ਨ ਹੋ ਰਿਹਾ ਹਿਊਮਨਸ ਬਣ ਗਏ ਹੈ ਨਾ, ਹਿਊਮਨ ਯੂਜ਼ ਟੂ ਲਿਵ ਇਨ ਨੈਚੁਰਲ ਸਟੇਟ, used to live in natural state। ठीक है जी, मिनिमल इंटरफेरेंस इन नेचर। मिनिमल इंटरफेरेंस इन नेचर, ठीक है जी। ਜੇ ਆਪਾਂ ਸਟੋਨ ਏਜ ਬਾਰੇ ਕੁਛ ਵੀ ਜਾਣ ਸਕਦੇ ਹਾਂ, ਜੇ ਕੁਛ ਵੀ ਆਪਾਂ ਜਾਣਨਾ ਤਾਂ ਸਿਰਫ ਆਪਾਂ ਕੀ ਜਾਣਾਂਗੇ ਇਹਨਾਂ ਦੇ ਸਟੋਨ ਟੂਲਸ ਅਤੇ ਟੈਕਨੀਕਸ। stone tools and techniques are the only way to know about the period, ਸੋ ਜੀ ਇੱਕ ਕਲਾਸੀਫਿਕੇਸ਼ਨ ਹੋ ਗਈ ਸਟੋਨ ਏਜ ਦੀ। ਸੋ ਆਪਾਂ ਹੁਣ ਇਹਨੂੰ ਕੀ ਕਰਾਂਗੇ, ਇਹਨੂੰ ਡਿਵਾਈਡ ਕਰਾਂਗੇ ਕਲਾਸੀਫਿਕੇਸ਼ਨ ਨੂੰ, ਅਤੇ ਹੈਡਿੰਗ ਬਣਾਓ ਕਲਾਸੀਫਿਕੇਸ਼ਨ ऑफ स्टोन एज। ਹੁਣ ਇਹਨੂੰ ਕੀ ਕਰਾਂਗੇ, ਡਿਵਾਈਡ ਕਰਾਂਗੇ ਆਪਾਂ। ठीक है जी,
ये अपना किहड़ा पीरियड आ गया, पैलोलिथिक पीरियड। ये किहड़ा आ गया, मेजोलिथिक पीरियड। ये अपना किहड़ा आ गया, नियोलिथिक पीरियड। ओके जी। जिहड़ा पैलोलिथिक पीरियड है वो भी हुण मतलब डिवाइड हैगा है ना। है ना जी। जिहड़ा पैलोलिथिक पीरियड पहला किहड़ा हैगा, लोअर पैलोलिथिक। पहला किहड़ा अपना लोअर, फिर किहड़ा अपना जी मिडल, फिर किहड़ा अपना दसो अपर पैलोलिथिक। अपर पैलोलिथिक जिहड़ा अपना ही है लोअर 5 लाख टू 10,000 तो जिहड़ा अपना 1 लाख सॉरी तो 1 लाख टू इधर 40,000। ठीक है, मिडल वाला समझ गए। सो अगे 40,000 10,000 आ मेजोलिथिक पीरियड से स्टार्ट हो जाएगा। ये कितने तक चलूगा, 6,000 तक। 6,000 तो कितने तक चलूगा, अपना 1000 BC तक। एक बन गई, एक सिमिट्री बन गई इस चीज़ की। तो जिहड़ा मैं उत्थे पहलां कराया सी ना, सॉरी मेरे हुण याद आ गया, पैलियो दा जिहड़ा शब्द है ये ग्रीक वर्ड है। किहड़े उच लिया है, ग्रीक वर्ड। ठीक है जी। सॉरी उदों याद नहीं आया, हुण मेरे याद आ गया। ठीक है। तो जिहड़े बंदे ने इनू क्लासीफाई किया, जिहड़े परसन ने परसनैलिटी ने इनू क्लासीफाई किया, इनू 3 पार्ट्स लोअर च, मिडल ते अपर च, वो बंदे का नाम की है, एडवर्ड लॉर्ड टेट। नोट पा के लिख लो, एडवर्ड लॉर्ड टेट classified this period into 3 parts। ठीक है जी। केड़े केड़े, लोअर, मिडल एंड अपर। लोअर मिडल एंड अपर। सो आपां हुण की करांगे, क्लासीफिकेशन करांगे पैलियोलिथिक पीरियड की। किस दी करांगे, पैलियोलिथिक पीरियड की। सब नालों पहला आइस एज चल रही सी इत्थे, सोड़े आइस एज चल रही सी। ते हंटर एंड गैदरर सीगे लोग, शिकार करते सी, इकट्ठा करते बस खा लैंदे सीगे। होर कोई इन्हां दा मतलब जीवन च कोई होर काम नहीं सी इन्हां नूं। हंटर एंड गैदरस। ठीक है जी। तो इन्होंने कोई पॉटरी बारे नॉलेज नहीं सी, आर्ट बारे नॉलेज नहीं सी, एग्रीकल्चर बारे नॉलेज नहीं सी। जिहड़ी फायर की नॉलेज है इन्होंने लेटर पीरियड च पता लगी सी। ठीक है। नो नॉलेज ऑफ पॉटरी, आर्ट, एग्रीकल्चर। ठीक है जी। बट फायर मीन्स अग, was known only in later वैदिक टाइम्स। भी अगे जाके पता लगी। ठीक है। ਜਿਹੜੀਆਂ पैलोलिथिक ਦੀਆਂ साइट्स ने गया वो हैगियां ਤਾਂ सारी ਕੀਤੀ ਸੀਗੀਆਂ इंडिया च, बट कुछ जगह ਤੇ नहीं ਸੀਗੀਆਂ, ਜਿਵੇਂ ਅਲੂਵਲ प्लेन्स ऑफ गंगा एंड इंडिया, ਉੱਥੇ मैदानों ਵਿੱਚ। Paleolithic sites are
everywhere in India or everywhere in India except alluvial plains of Ganga and Indus। भी सारी जगह ਤੇ ਸੀ ਬਟ ਗੰਗਾ ਤੇ ਇੰਡਸ 'ਚ ज़्यादा मतलब नहीं, मतलब ਕੀ ਕਹਿੰਦੇ ਹੁੰਦੇ ਨੇ, ਨਹੀਂ ਹੈਗੀਆਂ ਸੀਗੀਆਂ। ਸਮਝ ਕੁਛ ਕੁਛ ਅਵਸ਼ੇਸ਼ ਮਿਲਦੇ ਵੀ ਨੇ, ਕੁਛ ਕੁਛ ਸਾਨੂੰ ਮਿਲਦੇ ਵੀ ਨਹੀਂ ਗੇ। ਕੀ ਕਹਿੰਦੇ ਹੁੰਦੇ ਨੇ ਆਪਣਾ ਅਵਸ਼ੇਸ਼ ਨੂੰ ਇੰਗਲਿਸ਼ 'ਚ ਐਵੀਡੈਂਸ ਮਿਲਦੇ ਵੀ ਨੇ ਕੁਛ ਕੁਛ ਜਗ੍ਹਾ 'ਤੇ। ਠੀਕ ਹੈ। ਸੋ ਜਿਹੜੀ ਉਦੋਂ ਮਤਲਬ ਹਿਊਮਨ ਸੀਗੇ ਇੱਕ ਬੈਂਡ, ਇੱਕ ਤਰ੍ਹਾਂ ਦੀ ਬੰਦੂਸ ਵਾਂਗੂ ਰਹਿੰਦੇ ਸੀ। ਉਹਨਾਂ ਨੂੰ ਕੀ ਕਹਿੰਦੇ ਸੀ, ਬੈਂਡ ਸੁਸਾਇਟੀ ਲਿਖ ਲਓ। ਕਈ ਵਾਰ ਕੁਐਸਚਨ ਪੁੱਛ ਲੈਂਦੇ ਵੀ ਬੈਂਡ ਸੁਸਾਇਟੀ ਕਦੋਂ ਪੈਲੋਲਿਥਿਕ ਪੀਰੀਅਡ 'ਚ ਪਾਈ ਜਾਂਦੀ ਹੈ। ਹਿਊਮਨਸ lived in so band society। ਸੋ ਕੀ ਇੱਕ ਬੈਂਡ ਸੁਸਾਇਟੀ ਹੈਗੀ। ਠੀਕ ਹੈ ਜੀ। ਇਹ ਹੋਈ ਕਿ ਪੈਲੋਲਿਥਿਕ ਪੀਰੀਅਡ ਦੀ ਕਲਾਸੀਫਿਕੇਸ਼ਨ ਹੋ ਗਈ। ਹੁਣ ਆਪਾਂ ਕੀ ਕਰਨਾਗਾ ਸਟਾਰਟ, ਲੋਅਰ ਪੈਲੋਲਿਥਿਕ। ਠੀਕ ਹੈ ਜੀ। ਲੋਅਰ ਪੈਲੋਲਿਥਿਕ ਸਟਾਰਟ ਕਰਦੇ ਹਾਂ ਆਪਾਂ। ਸਭ ਨਾਲੋਂ ਪਹਿਲਾਂ ਤਾਂ ਆਪਾਂ ਇਹਦੀ ਕਲਾਸੀਫਿਕੇਸ਼ਨ ਕਰਦੇ ਹਾਂ ਲੋਅਰ ਪੈਲੋਲਿਥਿਕ ਦੀ। ਫਿਰ ਆਪਾਂ ਇਹਦੇ ਟੂਲਸ ਪੜ੍ਹਾਂਗੇ ਅਤੇ ਫਿਰ ਆਪਾਂ ਕੀ ਪੜ੍ਹਾਂਗੇ, ਸਾਈਟਸ ਪੜ੍ਹਾਂਗੇ। ਹਿਊਮਨਸ ਵਾਜ਼ ਗੈਦਰ ਅਤੇ ਹੰਟਿੰਗ ਵਾਜ਼ ਸੈਕੰਡਰੀ। ਵੀ ਮੀਨਸ ਇਕੱਠਾ ਕਰਨ 'ਤੇ ਰਹਿੰਦੇ, ਸ਼ਿਕਾਰ ਉਹਨਾਂ ਦਾ ਸੈਕੰਡਰੀ ਵਰਕ ਸੀਗਾ। ਹਿਊਮਨ ਵਾਜ਼ ਗੈਦਰਰ ਐਂਡ ਹੰਟਿੰਗ ਵਾਜ਼ ਸੈਕੰਡਰੀ। ਹੰਟਿੰਗ ਵਾਜ਼ ਸੈਕੰਡਰੀ। ਉਦੋਂ ਮੀਨਸ ਆਈ ਸੇ ਸੀ ਤਾਂ ਉਹਨਾਂ ਦੀ ਜਿਹੜੀ ਲਾਈਫ ਸੀ ਇੱਕ ਟਫ ਲਾਈਫ ਸੀਗੀ। ਲਾਈਫ ਇਜ਼ ਇਕੁਅਲ ਟੂ ਟਫ ਸੀ ਉਹਨਾਂ ਦੀ। ਠੀਕ ਹੈ। ਵੀ ਮੀਨਸ ਉਹਨਾਂ ਦੀ ਇੱਕ ਇਨੀਸ਼ੀਅਲ ਸਟੇਜ ਸੀਗੀ ਹਿਊਮਨ ਡਿਵੈਲਪਮੈਂਟ ਦੀ। ਹੁਣ ਇਨੀਸ਼ੀਅਲ ਸਟੇਜ ਆਫ ਹਿਊਮਨ ਡਿਵੈਲਪਮੈਂਟ। ਇਨੀਸ਼ੀਅਲ ਸਟੇਜ ਆਫ ਹਿਊਮਨ ਡਿਵੈਲਪਮੈਂਟ। ਇਹਨਾਂ ਦੇ ਕਲਚਰ ਨੂੰ ਇੱਕ ਮਤਲਬ ਕਿਹਾ ਜਾਂਦਾ ਸੀਗਾ ਨੋਨ ਐਜ਼ ਚੋਪਰ ਚੋਪਿੰਗ ਕਲਚਰ। ਨੋਨ ਐਜ਼ ਚੋਪਰ ਚੋਪਿੰਗ ਕਲਚਰ। ਜਦੋਂ ਲੋਅਰ ਪੈਲੋਲਿਥਿਕ ਪੀਰੀਅਡ ਦੇ ਇਨਸਾਨ ਸੀ ਉਹਨਾਂ ਦੇ ਨੋਨ ਐਜ਼ ਚੋਪਰ ਚੋਪਿੰਗ ਕਲਚਰ। ਨੋਨ ਐਜ਼ ਚੋਪਰ ਚੋਪਿੰਗ ਕਲਚਰ। ਹੁਣ ਟਾਈਮ ਲਾਈਨ ਤਾਂ ਪਤਾ ਹੀ ਹੈ ਇਹਨਾਂ ਨੂੰ ਸਾਰਿਆਂ ਨੂੰ। 5 ਲੱਖ to 1 lakh years ago। 5 ਲੱਖ 1 lakh to years ago। ਠੀਕ ਹੈ ਜੀ। ਹੁਣ ਆਪਾਂ ਇਹਨਾਂ ਦੇ ਟੂਲਸ ਪੜ੍ਹਨੇ ਹੈਗੇ। ਕੀ ਪੜ੍ਹਨੇ ਆ, ਟੂਲਸ ਪੜ੍ਹਨੇ। ਕਿਹੜੇ ਕਿਹੜੇ ਹਥਿਆਰ, ਮਤਲਬ ਕਿਹੜੇ ਕਿਹੜੇ ਇਹ ਟੂਲਸ ਯੂਜ਼ ਕਰਦੇ ਸੀਗੇ। ਟੂਲਸ ਦੇਖੋ ਕਿਹੜੇ ਕਿਹੜੇ ਯੂਜ਼ ਕਰਦੇ ਸੀ। ਇਹ ਕਰਦੇ ਸੀਗੇ ਜਿਹੜੇ ਜ਼ਿਆਦਾ ਮਤਲਬ ਸਾਈਜ਼ 'ਚ ਵੱਡੇ ਹੁੰਦੇ ਨੇ। ਟੂਲਸ ਵਾਰ ਯੂਜ਼ਡ ਲਾਰਜ ਇਨ ਸਾਈਜ਼। ਜਿਹੜੇ ਕੀ ਨੇ, ਲਾਰਜ ਇਨ ਸਾਈਜ਼ ਨੇ। ਲਾਰਜ ਇਨ ਸਾਈਜ਼ ਨੇ। ਪੈਬਲਸ ਯੂਜ਼ ਕਰਦੇ ਸੀ ਇਹ, ਪੱਥਰ ਛੋਟੇ ਛੋਟੇ। ਉਹ ਸੌਰੀ ਛੋਟੇ ਛੋਟੇ ਨਹੀਂ, ਪੈਬਲਸ ਵੱਡੇ ਵੱਡੇ ਪੱਥਰ ਨਹੀਂ ਹੁੰਦੇ। ਪੈਬਲਸ ਵੱਡੇ ਵੱਡੇ ਜਿਹੜੇ ਨਦੀਆਂ ਰਾਹੀਂ ਆਉਂਦੇ ਨੇ, ਪੈਬਲਸ ਵਰ ਯੂਜ਼ਡ। ਠੀਕ ਹੈ। ਇਹ ਮਤਲਬ ਕਿ ਬਣਾਉਂਦੇ ਕੀ ਸੀ ਉਹਨਾਂ ਤੋਂ, ਹੈਂਡ ਐਕਸਸ ਐਂਡ ਕਲੀਵਰਸ। ਕੱਲ੍ਹ ਨੂੰ ਮੈਂ ਇਸ ਅਗਲੇ ਲੈਕਚਰ 'ਚ ਇਹਨਾਂ ਦੀ ਫੋਟੋਸ ਲਾ ਦੂੰਗਾ। हैंड एक्स की होंगी है, क्लैवर्स की होंगे है ना, हैंड एक्स एंड क्लैवर्स। ठीक है। तो मीनस करना किसी ने कट्टना वड्डना ही सीगा, चोपर एंड चॉप है ना, टूल्स नाल, चोपर एंड चॉप। ठीक है जी।
ਤੇ ਮੀਨਸ ਕਿਹੜਾ ਮੋਸਟਲੀ ਜ਼ਿਆਦਾ ਮਟੀਰੀਅਲ ਦਾ ਯੂਜ਼ ਕੀਤਾ ਜਾਂਦਾ ਸੀਗਾ, ਕੁਆਰਟਜ਼ਾਈਟ। ਕਿਹੜਾ ਯੂਜ਼ ਕੀਤਾ ਜਾਂਦਾ ਸੀਗਾ, ਕੁਆਰਟਜ਼ਾਈਟ ਸਟੋਨ ਮੋਸਟਲੀ ਜ਼ਿਆਦਾ ਅਬੰਡੈਂਟ ਸੀ, ਮੀਨਸ ਜ਼ਿਆਦਾ ਯੂਜ਼ ਕੀਤਾ ਜਾਂਦਾ ਸੀ। ਓਕੇ, ਸੋ ਹੁਣ ਇਸ ਤੋਂ ਬਾਅਦ ਆਪਾਂ ਇਸ ਦੀਆਂ ਕੀ ਲਿਖਦੇ ਹਾਂ, ਸਾਈਟਸ ਕਿੱਥੋਂ ਕਿੱਥੋਂ ਮਤਲਬ ਇਹ ਪਾਏ ਜਾਂਦੇ ਨੇਗੇ। ਸਾਈਟਸ ਪੈਲੋਲਿਥਿਕ ਸਾਈਟਸ ਤੇ ਲੋਅਰ ਪੈਲੋਲਿਥਿਕ ਸਾਈਟ ਦੇ ਐਵੀਡੈਂਸ ਕਿੱਥੋਂ ਕਿੱਥੋਂ ਪਾਏ ਜਾਂਦੇ ਨੇ। ਫਸਟ ਲਿਖੋ ਸੋਹਨ ਵੈਲੀ, ਇਹ ਹੈਗੀ ਆਪਣੀ ਪਾਕਿਸਤਾਨ 'ਚ। ਸੋਹਨ ਵੈਲੀ ਹੈਗੀ ਆਪਣੀ ਪਾਕਿਸਤਾਨ 'ਚ, ਅਤੇ ਬੈਲਨ ਵੈਲੀ ਹੈਗੀ ਹੈ ਆਪਣੀ ਯੂਪੀ 'ਚ। ਬੈਲਨ ਵੈਲੀ ਯੂਪੀ 'ਚ, ਦਿਦਵਾਨਾ राजस्थान, भीमबेटका मध्य प्रदेश, आदमगढ़ भी मध्य प्रदेश, आदमगढ़ एंड अपना मध्य प्रदेश। सो अज आप पैलोलिथिक पहला स्टोन एज की क्लासीफिकेशन देख ली, मेन हिस्ट्री देखी, क्लासीफिकेशन देख ली, रूल्स के राही पैलोलिथिक पीरियड पढ़ लिया, पैलोलिथिक पीरियड का लोअर पैलोलिथिक पीरियड पढ़ लिया है ना जी, तो क्लासीफिकेशन ऑफ स्टोन एज देख लिया, तो आपां एक चार्ट बना लिया भी किमें किमें डिवाइड है, तो अपना स्टोन एज की क्लासीफिकेशन देख ली, पैलोलिथिक पीरियड देख लिया। सो ग्रीक वर्ड देख लिया भी किहड़े वो जो डिफाइन है। सो ऐसे करके एवें करते करते आपां कल नूं करांगे स्टार्ट मिडल पैलोलिथिक पीरियड। सो इस तरह ही साडे चैनल नाल जुड़दे रहो, तो इस वीडियो नूं अगे दे अगे प्लीज़ शेयर करते रहो। थैंक यू।